ਵੇਖਣ ਦੋਸਤੋ ਭਰਾ अस्सलाम वालेकुम। साडे चैनल ਦਾ ਨਾਮ ਹੈ ਸਾਲੀਪੁਰ ਗੋਟ ਫਾਰਮ। ਉਮੀਦ ਕਰਦਾ ਸਾਰੇ ਭਾਈ ਠੀਕ ਹੋਣਗੇ। ਅੱਛਾ ਦੋਸਤੋ, ਅੱਜ ਦੀ ਆਪਣੀ ਵੀਡੀਓ ਦਾ ਟਾਪਿਕ ਆ ਕਿ ਛੱਤ ਤੇ ਗੋਟ ਫਾਰਮਿੰਗ ਕਰ ਸਕਦੇ ਆ। ਕੋਈ ਬੰਦਾ ਪਿੰਡ 'ਚ ਰਹਿ ਰਿਹਾ ਜਾਂ ਕੋਈ ਸ਼ਹਿਰ 'ਚ ਰਹਿ ਰਿਹਾ ਵਾ, ਉਹਦੇ ਕੋਲ ਜਗ੍ਹਾ ਨਹੀਂ ਹੈਗੀ ਤੇ ਛੱਤ ਉਹਦੀ ਜਿਹੜੀ ਆ ਕਮ ਸੇ ਕਮ ਕੋਈ 4 ਤੋਂ 5 ਮਰਲੇ ਦੀ ਹੈ, ਇਸ ਤੋਂ ਵੀ ਜ਼ਿਆਦਾ ਅਗਰ ਹੈਗੀ ਆ ਜਾਂ ਕਿਸੇ ਕੋਲ 2 ਮਰਲੇ 3 ਮਰਲੇ ਜਿੰਨੀ ਵੀ ਆ ਐਵਰੇਜ ਪਿੰਡ ਦੇ ਵਿੱਚ ਦੇਖਿਆ ਜਾਵੇ ਤਾਂ ਕੋਈ 5 ਤੋਂ ਉੱਪਰ ਜਾਂ 4-5 ਤੋਂ ਸ਼ੁਰੂ ਜਿਹੜਾ ਹੁੰਦਾ ਵਾ ਤੇ 10-12 ਮਰਲੇ ਤੱਕ ਜਿੰਨੀਆਂ ਘਰਾਂ ਦੀਆਂ ਛੱਤਾਂ ਹੁੰਦੀਆਂ। ਤੇ ਸ਼ਹਿਰਾਂ ਵਿੱਚ ਵੀ ਕਮ ਸੇ ਕਮ 2.5 ਤੋਂ 3 ਮਰਲੇ ਤੋਂ ਸ਼ੁਰੂ ਹੁੰਦਾ ਵਾ ਤੇ ਸ਼ਹਿਰਾਂ ਵਿੱਚ ਵੀ ਇੱਦਾਂ ਹੀ ਆ। ਅਗਰ ਕਿਸੇ ਬੰਦੇ ਕੋਲ ਇੰਨੀ ਜਗ੍ਹਾ ਹੈਗੀ ਆ ਤੇ ਉਹ ਫਾਰਮਿੰਗ ਕਰ ਸਕਦਾ ਆਪਣੇ ਘਰ ਦੀ ਛੱਤ ਤੇ। ਹੁਣ ਜਿੱਦਾਂ ਕਿ ਮੈਂ ਪਿੰਡ ਦੇ ਵਿੱਚ ਰਹਿੰਦਾ ਵਾਂ ਤੇ ਮੈਂ ਆਪਣਾ ਜਿਹੜੀ ਫਾਰਮਿੰਗ ਆ ਉਹ ਘਰ ਦੀ ਛੱਤ ਤੋਂ ਹੀ ਸਟਾਰਟਅਪ ਆਪਣਾ ਕੀਤਾ ਵਾ। ਤੇ ਦੱਸਦਾ ਜਾਵਾਂ ਤੁਹਾਨੂੰ, 2019 ਦੇ ਵਿੱਚ ਵੀ ਅਸੀਂ ਫਾਰਮਿੰਗ ਸਟਾਰਟ ਕੀਤੀ ਸੀ ਤੇ ਉਹ ਅਸੀਂ ਚਲਾਈ ਸੀ 2024 ਦੇ ਰਮਜ਼ਾਨ ਦੇ ਮਹੀਨੇ ਤੱਕ ਤਕਰੀਬਨ। ਰਮਜ਼ਾਨ ਤੋਂ ਪਹਿਲਾਂ ਅਸੀਂ ਜਿਹੜੇ ਨਾ ਰਮਜ਼ਾਨ ਦਾ ਮਹੀਨਾ ਤੋਂ ਪਹਿਲਾਂ ਅਸੀਂ ਆਪਣੀਆਂ ਜਾਨਵਰ ਸੇਲ ਕਰਤੇ ਸੀਗੇ ਤੇ ਉਦੋਂ ਅਸੀਂ ਆਪਣੇ ਘਰ ਅੰਦਰ ਥੱਲੇ ਤਕਰੀਬਨ ਕੋਈ ਸਾਈਡ ਤੇ 1 ਮਰਲਾ ਜਗ੍ਹਾ ਵਾ। ਇਹ ਤੁਹਾਨੂੰ ਜਿੱਥੇ ਸ਼ੈੱਡ ਨਜ਼ਰ ਆ ਰਹੇ ਨਾ ਸਾਹਮਣੇ, ਆਹ ਸੁਰਾਖ ਨਜ਼ਰ ਆ ਰਹੇ ਦੀਵਾਰ ਦੇ ਵਿੱਚ, ਇਹਦੇ ਨਾਲ ਹੀ ਨਿਚਲੀ ਸਾਈਡ ਤੇ ਨਾ ਥੋੜੀ ਜਗ੍ਹਾ ਵਾ ਤੇ 1 ਮਰਲਾ ਤਕਰੀਬਨ। ਤੇ ਉੱਥੋਂ ਅਸੀਂ ਸਟਾਰਟਅਪ ਕੀਤਾ ਸੀ ਆਪਣੀ ਜਿਹੜੀ ਫਾਰਮਿੰਗ ਦਾ। ਤੇ ਉਹ ਮਾਸ਼ਾ ਸਾਡਾ ਜਿਹੜਾ ਵਾ ਨਾ ਬੜਾ ਜਿਹੜਾ ਅੱਛਾ ਕੰਮ ਉਦੋਂ ਗਿਆ ਸੀਗਾ, ਲੇਕਿਨ ਕੁਛ ਵਜ੍ਹਾ ਹੈਗੀਆਂ ਸੀ ਜਿਹਦੀ ਵਜ੍ਹਾ ਤੋਂ ਅਸੀਂ ਫਿਰ ਫਾਰਮਿੰਗ ਨੂੰ ਮਜ਼ੀਦ ਅੱਗੇ ਨਹੀਂ ਚਲਾ ਸਕੇ। ਵਜ੍ਹਾ ਵੀ ਅਸੀਂ ਚਾਰਾ ਨਹੀਂ ਸੀ ਸਾਡੇ ਕੋਲ ਮੌਜੂਦ। ਉਹ ਅਸੀਂ 3 ਸਾਲ ਅਸੀਂ ਕੰਮ ਕੀਤਾ ਸੀ ਉਦੋਂ ਤੇ 3 ਸਾਲ ਅਸੀਂ ਆਪਣੀ ਫਾਰਮਿੰਗ ਕਰਦੇ ਰਹੇ। ਆਖਰ ਸਾਡੇ ਕੋਲ ਐਸਾ ਟਾਈਮ ਆਇਆ ਉਦੋਂ ਸਾਡੇ ਕੋਲ ਚਾਰਾ ਸੀ ਨਾ ਜਿਹੜਾ ਬੱਕਰੀਆਂ ਦਾ, ਉਹ ਖ਼ਤਮ ਹੋ ਗਿਆ ਸੀ ਤੇ ਜਿਹਦੀ ਵਜ੍ਹਾ ਤੋਂ ਫਿਰ ਸਾਨੂੰ ਜਾਨਵਰ ਸੇਲ ਕਰਨੇ ਪਏ। ਤੇ ਉਹ ਜਾਨਵਰ ਸੇਲ ਕਰਕੇ ਫਿਰ ਜਿਹੜੇ ਉਹ ਪੈਸੇ ਵਗੈਰਾ ਸੀ ਅਸੀਂ ਆਪਣੇ ਮਕਾਨਾਂ ਦੇ ਉੱਪਰ ਹੀ ਲਾ ਦਿੱਤੇ ਸੀ, ਪਲਸਤਰ ਵਗੈਰਾ ਕਰਵਾ ਲਿਆ ਸੀਗਾ। ਖੈਰ ਗੱਲ ਹੋਰ ਪਾਸੇ ਚੱਲ ਗਈ। ਮੈਂ ਤੁਹਾਨੂੰ ਸਿਰਫ ਇਹ ਕਹਿਣਾ ਚਾਹ ਰਿਹਾ, ਅਗਰ ਤੁਹਾਡੇ ਕੋਲ ਕੋਈ 2, 4 ਜਾਂ 5 ਮਰਲੇ ਜਗ੍ਹਾ ਹੈਗੀ ਹੈ ਛੱਤ ਦੇ ਉੱਪਰ ਤੇ ਛੱਤ ਅਗਰ ਤੁਹਾਡੀ ਫਾਰਗ ਆ ਵੀ ਤੁਹਾਨੂੰ ਕੋਈ ਕੰਮ ਨਹੀਂ ਦੇ ਰਹੀ ਤੇ ਤੁਸੀਂ ਉਹਦੇ 'ਤੇ ਫਾਰਮਿੰਗ ਜਿਹੜੀ ਹੈ ਨਾ ਅੱਛੇ ਤਰੀਕੇ ਨਾਲ ਕਰ ਸਕਦੇ ਆ। ਲੇਕਿਨ ਉਹਦੇ ਵਿੱਚ ਵੀ ਇੱਕ ਚੀਜ਼ ਆ ਕਿ ਤੁਹਾਨੂੰ ਜਿਹੜਾ ਵਾ ਨਾ ਤੁਹਾਡੀ ਖੁਰਾਕ ਵਗੈਰਾ ਜਿਹੜੀ ਆਪਣੀ ਹੋਣੀ ਚਾਹੀਦੀ ਆ ਤੇ ਫਿਰ ਤੁਹਾਨੂੰ ਜਿਹੜੀ ਬਚਤ ਕੁਛ ਨਾ ਕੁਛ ਜਿਹੜੀ ਬਚਤ ਨਾ ਤੁਹਾਨੂੰ ਹੋਏਗੀ ਉਹਦੇ ਵਿੱਚ। ਉਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹਦਾ ਜਿਹੜਾ ਵਾ ਉਹਦੀ ਕੀ ਸੂਰਤ ਹਾਲ ਆ। ਜਿਵੇਂ ਕਿ ਹੁਣ ਮੈਂ ਪਿੰਡ ਦੇ ਵਿੱਚ ਰਹਿੰਦਾ ਵਾਂ, ਮੇਰੇ ਕੋਲ ਜ਼ਮੀਨ ਵੀ ਹੈਗੀ ਤਕਰੀਬਨ ਕੋਈ 1.25 ਏਕੜ ਜਿਹੜੀ ਹੈ ਨਾ, ਲਗਭਗ 10 ਕਨਾਲਾਂ ਜਿਹੜੀ ਜ਼ਮੀਨ ਸਾਡੇ ਕੋਲ ਮੌਜੂਦ ਆ। ਤੇ ਉਹਦੀ ਵਜ੍ਹਾ ਵੀ ਤੁਹਾਨੂੰ ਪਿਛਲੀਆਂ ਸਾਰੀਆਂ ਵੀਡੀਓ 'ਚ ਦੱਸਦੇ ਆਏ ਸੀਗੇ ਤੇ ਕੀ ਵਜ੍ਹਾ ਬਣੀ ਸੀ। ਚਾਰਾ ਕਿਸ ਵਜ੍ਹਾ ਤੋਂ ਅਸੀਂ ਕਾਸ਼ਤ ਨਹੀਂ ਸੀ ਕਰ ਸਕੇ ਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਜਿਹੜੀਆਂ ਖੁਸ਼ਕ ਨਹੀਂ ਸੀ ਹੋ ਰਹੀਆਂ, ਕਿਉਂਕਿ ਜ਼ਮੀਨਾਂ ਅਗਰ ਖੁਸ਼ਕ ਹੋਣਗੀਆਂ ਤੇ ਅਸੀਂ ਉੱਥੇ ਹੱਲ ਚਲਾਵਾਂਗੇ ਤੇ ਫਿਰ ਅਸੀਂ ਆਪਣਾ ਚਾਰਾ ਜਿਹੜਾ ਕਾਸ਼ਤ ਕਰਾਂਗੇ। ਤੇ ਇਸ ਵਜ੍ਹਾ ਤੋਂ ਜਿਹੜਾ ਵਾ ਨਾ ਸਾਨੂੰ ਉਦੋਂ ਕਾਫੀ ਜ਼ਿਆਦਾ ਤੰਗੀ ਆਈ ਸੀਗੀ ਚਾਰੇ ਦੀ ਵਜ੍ਹਾ ਤੋਂ। ਫਿਰ ਸਾਨੂੰ ਚਾਰਾ ਜਿਹੜਾ ਮੁੱਲ ਖਰੀਦਣਾ ਪਿਆ। ਜਿਵੇਂ ਕਿ ਸਾਡੇ ਇੱਥੇ ਕਨਾਲ ਦਾ ਰੇਟ ਚੱਲਦਾ ਵਾ ਜਿੱਧਰਲੀ ਸਾਈਡ 'ਤੇ ਨਾ, ਜਿਸ ਸਾਈਡ 'ਤੇ ਚਾਰਾ ਜਿਹੜਾ ਜ਼ਿਆਦਾ ਵਾ ਉਧਰ ਚਾਰੇ ਦਾ ਜਿਹੜਾ ਰੇਟ ਘੱਟ ਹੁੰਦਾ ਵਾ। ਹੁਣ ਸਾਡੇ ਇੱਧਰ ਏਰੀਏ 'ਚ ਚਾਰਾ ਬਹੁਤ ਘੱਟ ਵਾ। ਜ਼ਿਆਦਾਤਰ ਜਿਹੜੀਆਂ ਜ਼ਮੀਨਾਂ ਵਾ ਨਾ ਉਹ ਕਲਰ ਵਾਲੀਆਂ ਵਾ, ਸੇਮ ਜ਼ਿਆਦਾ ਜ਼ਮੀਨਾਂ ਵਾ, ਚਾਰਾ ਨਹੀਂ ਕਾਸ਼ਤ ਹੁੰਦਾ। ਜਿਹੜੀਆਂ ਚੰਗੀਆਂ ਜ਼ਮੀਨਾਂ ਵਾ, ਇੱਕ ਤਾਂ ਉਹਨਾਂ ਦਾ ਠੇਕਾ ਵੀ ਲੱਖ ਤੋਂ ਉੱਪਰ ਹੀ ਆ, 1.5 ਲੱਖ ਠੇਕਾ ਉਹਨਾਂ ਦਾ ਕਿੱਲੇ ਦਾ ਸਾਲ ਦਾ। ਤੇ ਉਧਰ ਫਿਰ ਚਾਰੇ ਦਾ ਰੇਟ ਵੀ ਇੱਦਾਂ ਆ, ਕਨਾਲ ਦਾ 30 ਤੋਂ 35 ਹਜ਼ਾਰ ਰੁਪਏ ਜਿਹੜਾ ਨਾ ਸਾਡੇ ਕਨਾਲ ਦਾ ਬਰਸੀਮ ਜਿਹੜੀ ਆ, ਬਰਸੀਮ ਜਿਹਨੂੰ ਅਸੀਂ ਕਹਿੰਦੇ ਆ, ਉਹ ਟੋਟਲ ਕੱਟ ਜਿੰਨੇ ਵੀ ਉਹ ਦੇ ਜਾਵੇ 4, 5, 6, 7 ਉਹ ਜਿੰਨੇ ਵੀ ਕੱਟ ਦੇ ਜਾਵੇ ਉਹ ਸਾਨੂੰ ਮਿਲਦੀ ਆ ਕੋਈ 30 ਤੋਂ 35 ਹਜ਼ਾਰ ਦੇ ਦਰਮਿਆਨ ਦੇ ਵਿੱਚ। ਤੇ ਇਸ ਤਰ੍ਹਾਂ ਫਿਰ ਅਸੀਂ 32 ਹਜ਼ਾਰ ਰੁਪਏ ਦੀ ਕਨਾਲ ਜਿਹੜੀ ਆ ਅਸੀਂ ਚਾਰੇ ਦੀ ਖਰੀਦੀ ਸੀ ਤੇ ਉਹ ਮਾਸ਼ਾਅੱਲਾ ਚਾਰਾ ਜਿਹੜਾ ਹਾਲੇ ਤੱਕ ਚੱਲ ਰਿਹਾ ਵਾ। ਦਸੰਬਰ ਤੋਂ ਪਹਿਲਾਂ ਮੇਰਾ ਖਿਆਲ ਅਸੀਂ ਚਾਰਾ ਜਿਹੜਾ ਵਾ ਨਾ ਉਹ ਖਰੀਦਿਆ ਸੀ ਤੇ ਉਹ ਸਾਡਾ ਹਾਲੇ ਤੱਕ ਚੱਲ ਰਿਹਾ ਵਾ। ਇਸ ਕਰਕੇ ਅਗਰ ਤੁਹਾਡੇ ਕੋਲ ਜ਼ਮੀਨ ਆਪਣੀ ਆ ਤੇ ਤੁਸੀਂ ਫਾਰਮਿੰਗ ਕਰਨਾ ਚਾਹ ਰਹੇ ਹੋ ਫਿਰ ਤੇ ਕੰਮ ਬਹੁਤ ਅੱਛਾ ਵਾ ਛੱਤ ਦੇ ਉੱਪਰ ਹੀ। ਅਗਰ ਤੁਸੀਂ ਕਹੋ ਕਿ ਸ਼ਹਿਰ ਦੇ ਵਿੱਚ ਰਹਿ ਕੇ, ਹੁਣ ਸ਼ਹਿਰ ਵਾਲੇ ਭਰਾ ਕੋਈ ਸ਼ਹਿਰ ਵਿੱਚ ਰਹਿੰਦਾ, ਕੋਈ ਭਰਾ ਸਾਡੀ ਕੋਈ ਵੀਡੀਓ ਵੇਖ ਰਿਹਾ ਉਹ ਸਾਡੇ ਤਨਕੀਦਾਂ ਕਰਨ ਲੱਗ ਜਾਏ ਕਿ ਤੁਸੀਂ ਸ਼ਹਿਰ ਵਾਲਿਆਂ ਨੂੰ ਮਾੜਾ ਕਹੀ ਜਾਂਦੇ ਆ ਤੇ ਇੱਦਾਂ ਤੇ ਉੱਦਾਂ। ਵੀਰੋ ਦੇਖੋ, ਅਗਰ ਤੁਸੀਂ ਮਾੜਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਵੀ ਤੁਸੀਂ ਅਗਰ ਛੱਤ ਆਪਣੇ ਸ਼ਹਿਰ ਦੇ ਵਿੱਚ ਹੀ ਤੁਸੀਂ ਰਹਿ ਕੇ ਛੱਤ 'ਤੇ ਅਗਰ ਫਾਰਮਿੰਗ ਕਰ ਰਹੇ ਹੋ ਤਾਂ ਬਹੁਤ ਅੱਛੀ ਗੱਲ ਆ, ਫਾਰਮਿੰਗ ਕਰਨੀ ਚਾਹੀਦੀ ਆ। ਲੇਕਿਨ ਤੁਸੀਂ ਆਪਣੇ ਖਰਚੇ ਨੂੰ ਜਿਹੜਾ ਵਾ ਤੁਸੀਂ ਮੈਨੇਜ ਕਰਨਾ ਵਾ ਕਿ ਅਸੀਂ ਖੁਰਾਕ ਦਾ ਜਿਹੜਾ ਮੇਨ ਖਰਚਾ ਤੁਹਾਡਾ ਖੁਰਾਕ ਦਾ ਹੀ ਆ। ਤੁਸੀਂ ਖੁਰਾਕ ਦਾ ਖਰਚਾ ਨਾ ਜਿਹੜਾ ਆਪਣਾ ਤੁਸੀਂ ਇਹ ਜਿਹੜਾ ਵਾ ਮੈਨੇਜ ਕਰਨਾ ਵਾ ਕਿ ਤੁਹਾਡਾ ਕਮ ਸੇ ਕਮ ਅਗਰ ਸ਼ਹਿਰ ਦੇ ਵਿੱਚ ਵੀ ਆ ਤੁਸੀਂ ਤਾਂ ਸਾਡਾ 100 ਜਾਂ 150 ਤੋਂ ਉੱਪਰ ਤੁਹਾਡਾ ਖਰਚਾ ਨਾ ਜਾਵੇ ਡੇਲੀ ਦਾ। ਜਿੱਦਾਂ ਕਿ ਹੁਣ ਚਾਰਾ ਅਗਰ ਮੈਂ ਵੀ ਜਿਹੜਾ ਵਾ ਨਾ ਚਾਰਾ ਖਰੀਦ ਕੇ ਪਾ ਰਿਹਾ ਵਾਂ ਤੇ ਹੁਣ ਉਹ ਤੁਸੀਂ ਸਮਝ ਲਓ ਕਿ ਕਿੰਨਾ ਮਹਿੰਗਾ ਪੈਂਦਾ ਵਾ ਨਾ, 32 ਹਜ਼ਾਰ ਰੁਪਏ ਦੀ ਕਨਾਲ ਆ। ਤੇ ਉਹੀ ਚਾਰਾ ਅਗਰ ਮੇਰਾ ਹੁੰਦਾ ਜੇ ਕੋਈ 5-10 ਹਜ਼ਾਰ ਰੁਪਏ ਖਰਚਾ ਆਉਣਾ ਸੀਗਾ ਉਹਦੇ ਕਾਸ਼ਤ ਕਰਨ 'ਤੇ, ਹੱਲ ਚਲਾਉਣ 'ਤੇ ਜਾਂ ਜੋ ਵੀ ਆ
ਤੇ ਉਹ ਸਿਰਫ ਮੈਨੂੰ ਖਰਚਾ ਪੈਣਾ ਸੀ ਉਹਦੇ ਉੱਪਰ, ਜਾਂ ਬੀਜ ਦਾ ਖਰਚਾ ਜਾਂ ਫਿਰ ਕੋਈ ਲੇਬਰ ਮਾੜੀ ਮੋਟੀ ਸੀ। ਲੇਬਰ ਤੇ ਚਲੋ ਆਪ ਹੀ ਬੰਦਾ ਹੁੰਦਾ ਵਾ। ਟਰੈਕਟਰ ਦਾ ਜਿਹੜਾ ਖਰਚਾ ਆਉਣਾ ਸੀ ਸਿਰਫ ਜ਼ਮੀਨ ਦੀ ਤਿਆਰੀ ਦਾ। ਹੁਣ ਉਹ ਜਿਹੜੀ ਤਿਆਰੀ ਸੀ ਜ਼ਮੀਨ ਦੀ ਉਹ ਤਾਂ ਚਲੋ ਅਸੀਂ ਕਰ ਲੈਂਦੇ ਹਾਂ। ਹੁਣ ਜਦੋਂ ਜ਼ਮੀਨ ਆਪਣੀ ਹੁੰਦੀ ਹੈ ਨਾ ਫਿਰ ਉਹਦੇ 'ਤੇ ਸਿਰਫ ਸਾਡਾ ਤਿਆਰੀ ਦਾ ਖਰਚਾ ਆਉਂਦਾ ਵਾ, ਸਾਨੂੰ ਹੋਰ ਇਜ਼ਾਫੀ ਕੋਈ ਖਰਚਾ ਨਹੀਂ ਦੇਣਾ ਪੈਂਦਾ। ਹੁਣ ਅਸੀਂ ਜਿਹੜੀ ਕਨਾਲ ਅਸੀਂ ਚਾਰੇ ਦੀ ਮੁੱਲ ਲਈ ਆ ਤੇ ਉਹ ਤੁਹਾਨੂੰ ਪਤਾ ਵਾ ਕਿੰਨੀ ਜਿਹੜੀ ਆ ਮਹਿੰਗੀ ਮਿਲੀ ਆ। 32,000 ਰੁਪਏ ਦੀ ਕਨਾਲ ਸਾਨੂੰ ਜਿਹੜੀ ਚਾਰੇ ਦੀ ਮਿਲੀ। ਤੇ ਇਹ ਹਾਲੇ ਵੀ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਨਜ਼ਰ ਆ ਰਿਹਾ ਵਾ ਇਹ ਖੁੱਲੀ ਵਿੱਚ ਬਰਸੀਮ ਵਿੱਚ ਹਲਕੀ ਜਿਹੀ ਤੂੜੀ ਜਿਹੜੀ ਮਿਕਸ ਕੀਤੀ ਆ ਤੇ ਉਹੀ ਮਾਸ਼ਾ ਜਿਹੜਾ ਵਾ ਨਾ ਬੱਕਰੀਆਂ ਚਾਰਾ ਖਾ ਰਹੀਆਂ। ਇਹ ਕੰਮ ਮਾਸ਼ਾਅੱਲਾ ਬਹੁਤ ਅੱਛਾ ਵਾ। ਤੁਸੀਂ ਛੱਤ 'ਤੇ ਵੀ ਕਰਦੀਆਂ, ਛੱਤ ਦੇ ਉੱਤੇ ਹੁਣ ਫ਼ਾਇਦੇ ਵੀ ਆ ਨੁਕਸਾਨ ਵੀ ਆ। ਹੁਣ ਤੁਸੀਂ ਇਹ ਵੀ ਸੁਣ ਲਓ ਇਹਦੇ 'ਚ ਫ਼ਾਇਦੇ ਦਾ ਨੁਕਸਾਨ ਕੀ ਆ। ਹੁਣ ਫ਼ਾਇਦਾ ਇਹਦਾ ਇਹ ਆ ਕਿ ਤੁਸੀਂ ਐਟ ਅ ਟਾਈਮ ਤੁਸੀਂ ਆਪਣੇ ਫਾਰਮ 'ਤੇ ਮੌਜੂਦ ਹੋ, ਚਾਹੇ ਤੁਸੀਂ ਸੁੱਤੇ ਹੋ ਜਾਗਦੇ ਹੋ, ਤੁਸੀਂ ਆਪਣੇ ਫਾਰਮ 'ਤੇ ਹੀ ਮੌਜੂਦ ਆ। ਅਗਰ ਕੋਈ ਮਸਲਾ ਮਸਾਇਲ ਬਣਦਾ ਵਾ ਤੁਸੀਂ ਫ਼ੌਰਨ ਬੱਕਰੀ ਨੂੰ ਆ ਕੇ ਦੇਖ ਲੈਂਦੇ ਆ। ਹੁਣ ਜਿਵੇਂ ਸਾਡੇ ਜਿੱਥੇ ਬੱਕਰੀਆਂ ਸਾਰੇ ਸਾਡੇ ਕਮਰੇ ਹੀ ਆ, ਤਕਰੀਬਨ 4 ਕਮਰੇ ਆ। ਸਾਹਮਣੇ ਬਰਾਂਡਾ ਵਾ, ਇੱਕ ਕਮਰਾ ਹੈ ਨੁੱਕਰੇ ਜਿੱਥੇ ਖੁੱਡਾ ਵਾ, ਇੱਕ ਇੱਥੇ ਕਮਰਾ ਵਾ। ਇਹ 2 ਵੱਡੇ ਕਮਰੇ ਆ, ਇਹ ਕਮਰਿਆਂ ਦੇ ਉੱਪਰ ਹੀ ਆ। ਹੁਣ ਕੋਈ ਵੀ ਮਸਲਾ ਮਸਾਇਲ ਬਣਦਾ ਵਾ ਜਾਂ ਕੋਈ ਬੱਕਰੀ ਕੋਈ ਭੱਜਦੀ ਨੱਠਦੀ ਹੈ ਜਾਂ ਕੋਈ ਮਸਲਾ ਵਗੈਰਾ ਬਣ ਜਾਏ, ਕੋਈ ਗਲੇ ਨੂੰ ਰੱਸੀ ਲਿਬੜ 'ਚ ਫਾਹ ਲੈ ਲਵੇ, ਜਿਵੇਂ ਅਸੀਂ ਪੰਜਾਬੀ ਜ਼ਬਾਨ ਕਹਿੰਦੇ ਨਾ ਫਾਹ ਲੈ ਲਿਆ ਇਹਨੇ, ਉਹ ਗਲਾ ਘੁੱਟ ਜਾਂਦਾ। ਉਹ ਬੱਕਰੀ ਉਸੇ ਟਾਈਮ ਜਿਹੜੇ ਉਹਨੇ ਇੱਕ ਮੈਂਗ ਬੋਲਦੀ ਆ ਜ਼ੋਰ ਇਹਨੂੰ ਹੈ ਚੀਕ ਮਾਰਦੀ ਆ। ਅਸੀਂ ਤਾਂ ਕਹਿੰਦੇ ਹਾਂ ਲੇਰ ਮਾਰਦੀ ਬੱਕਰੀ ਪੰਜਾਬੀ 'ਚ ਆਪਣੀ ਜ਼ਬਾਨ 'ਚ। ਅਤੇ ਅਸੀਂ ਜਿਹੜਾ ਵਾ ਇਹ ਜਿਹੜਾ ਵਾ ਨਾ ਕਰਦੇ ਹਾਂ ਕਹਿੰਦੇ ਹਾਂ ਵੀ ਲੇਰ ਮਾਰੀ ਬੱਕਰੀ ਨੇ। ਉਹ ਫਿਰ ਅਸੀਂ ਫ਼ੌਰਨ ਭੱਜ ਕੇ ਆ ਕੇ ਅਸੀਂ ਬੱਕਰੀ ਨੂੰ ਦੇਖ ਲਈਦਾ ਵਾ। ਇੱਕ ਤਾਂ ਇਹ ਫਾਇਦਾ ਵਾ ਛੱਤ 'ਤੇ। ਦੂਆ ਨੁਕਸਾਨ ਇਹ ਕਿ ਛੱਤ 'ਤੇ ਸਾਡੇ ਕੋਲ ਜਗ੍ਹਾ ਥੋੜ੍ਹੀ ਜਿਹੀ ਘੱਟ ਹੁੰਦੀ ਆ, ਇਸ ਕਰਕੇ ਸਾਨੂੰ ਜਿਹੜਾ ਸਫਾਈ ਸੁਥਰਾਈ ਦਾ ਜ਼ਿਆਦਾ ਖਿਆਲ ਰੱਖਣਾ ਪੈਂਦਾ ਵਾ। ਹੁਣ ਮੈਂ ਥੋੜ੍ਹਾ ਜਿਹਾ ਬਿਜ਼ੀ ਹਾਂ ਕਿਸੇ ਸਾਈਡ 'ਤੇ, ਜਿਹਦੀ ਵਜ੍ਹਾ ਤੋਂ ਮੈਂ ਕੋਈ ਜ਼ਿਆਦਾ ਟਾਈਮ ਨਹੀਂ ਦੇ ਪਾ ਰਿਹਾ ਬੱਕਰੀਆਂ ਨੂੰ। ਘਰ ਦੇ ਹੀ ਜ਼ਿਆਦਾ ਸਾਂਭਦੇ ਆ ਅਤੇ ਉਹੀ ਹੁਣ ਜ਼ਿਆਦਾ ਦੇਖ ਰਹੇ ਆ। ਉਹਨਾਂ ਦੀ ਸਫਾਈ ਵਗੈਰਾ ਪੱਠੇ ਪੁੱਠੇ ਉਹਨਾਂ ਨੂੰ ਪਾਣੇ ਹੁੰਦੇ ਆ। ਮੈਂ ਤਕਰੀਬਨ ਕੋਈ 1 ਹਫ਼ਤਾ 10 ਦਿਨ ਮੈਨੂੰ ਹੋ ਗਏ ਆ, ਮੈਂ ਨਾ ਚਾਰਾ ਲੈਣ ਗਿਆ ਨਾ ਮੈਂ ਇਹਨਾਂ ਨੂੰ ਚਾਰਾ ਪਾਇਆ ਬੱਕਰੀਆਂ ਨੂੰ। ਅੱਜ ਪਾਇਆ ਵਾ, ਅੱਜ ਕਿਉਂਕਿ ਜੁਮੇ ਦਾ ਦਿਨ ਸੀਗਾ, ਅੱਜ ਮੈਂ ਫਰੀ ਸੀ, ਅੱਜ ਮੈਂ ਇਸ ਕਰਕੇ ਘਰ ਹੀ ਸੀਗਾ। ਉਹ ਵੀ ਚਾਰਾ ਲਿਆਂਦਾ ਪਿਆ ਸੀਗਾ ਅਤੇ ਉਹ ਫਿਰ ਮੈਂ ਕੁਤਰ ਕੇ ਅਤੇ ਆਪਣੇ ਜਾਨਵਰ ਨੂੰ ਜਿਹੜਾ ਬੱਕਰੀਆਂ ਨੂੰ ਚਾਰਾ ਡਾਲਤਾ। ਇਸ ਕਰਕੇ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਕਿ ਤੁਸੀਂ ਜਿਹੜਾ ਵਾ ਨਾ ਖੁਦ ਹੀ ਮੈਨੇਜ ਕਰੋ ਸਾਰਾ ਕੁਛ, ਸਫਾਈ ਸੁਥਰਾਈ ਦਾ ਆਪਣਾ ਖਿਆਲ ਰੱਖੋ ਅਤੇ ਫਿਰ ਇਨਸ਼ਾ ਤਾਲਾ ਸਾਡੀ ਫਾਰਮਿੰਗ ਜਿਹੜੀ ਛੱਤ ਦੇ ਉੱਪਰ ਕਾਮਯਾਬ ਆ। ਹੁਣ ਇਹਦੇ ਵਿੱਚ ਵੀ ਕਈ ਚੀਜ਼ਾਂ ਦਾ ਸਾਨੂੰ ਇਹਤਿਆਤ ਕਰਨਾ ਪੈਂਦਾ ਛੱਤ 'ਤੇ। ਅਗਰ ਸਾਡਾ ਕੋਈ ਸ਼ੈੱਡ ਵਗੈਰਾ ਬਣਾ ਅਤੇ ਉਹਨੂੰ ਤੁਸੀਂ ਵੀ ਜਿਹੜਾ ਨਾ ਪੂਰੀ ਤਰ੍ਹਾਂ ਮੈਨੇਜ ਕਰਨਾ ਵਾ ਕਿ ਅਗਰ ਤੁਸੀਂ ਛੱਤ 'ਤੇ ਬੱਕਰੀਆਂ ਰੱਖਣੀਆਂ ਤਾਂ ਤੁਸੀਂ ਉਹਨਾਂ ਦਾ ਸਰਦੀ ਗਰਮੀ ਦਾ ਇੰਤਜ਼ਾਮ ਲਾਜ਼ਮੀ ਕਰਨਾ। ਹੁਣ ਗਰਮੀ ਵਿੱਚ ਇਹਨਾਂ ਨੂੰ ਸਾਇਆ ਚਾਹੀਦਾ ਵਾ ਅਤੇ ਸਰਦੀ ਵਿੱਚ ਇਹਨਾਂ ਨੂੰ ਠੰਡ ਤੋਂ ਬਚਣ ਵਾਸਤੇ ਕਮਰਾ ਚਾਹੀਦਾ। ਹੁਣ ਇਹ ਤੁਹਾਨੂੰ ਪਿਛਲੀਆਂ ਮੇਰੀਆਂ ਸਾਰੀਆਂ ਵੀਡੀਓ ਵਿੱਚ ਮੌਜੂਦ ਆ ਜਿਹੜਾ ਸ਼ੈੱਡ ਤਿਆਰ ਕੀਤਾ ਸੀਗਾ। ਜੋ ਸਾਡੇ ਕੋਲ ਸਮਾਨ ਸੀ ਜਾਂ ਜੋ ਵੀ ਸਾਡੇ ਕੋਲ ਜਿੰਨੇ ਕੁ ਪੈਸੇ ਸੀ ਉਸ ਦਾ ਜੋ ਸਾਡੇ ਕੋਲ ਬਣਿਆ ਅਸੀਂ ਬਣਾ ਲਿਆ, ਠੀਕ ਹੈ। ਇਹਦਾ ਤਾਂ ਸਾਡੇ ਕਹਿ ਲਓ ਕਿ 0 ਕੋਸਟ ਆਈ ਆ। ਸਾਡੀਆਂ ਸਿਰਫ 2 ਬੋਰੀਆਂ ਸੀਮਟ ਦੀਆਂ ਲੱਗੀਆਂ ਵਾ, ਉਹ ਤੁਸੀਂ ਪਾ ਲਓ ਜਿਹੜੀਆਂ ਪਾਉਣੀਆਂ ਕੋਈ 3000 ਦੀਆਂ 2500 3000 ਰੁਪਏ ਦੀ ਜਿਹੜਾ ਸਾਡਾ ਖਰਚਾ ਆਇਆ ਸੀਗਾ। ਅਤੇ ਤੁਸੀਂ ਸ਼ੈੱਡ ਇਸ ਤਰੀਕੇ ਨਾਲ ਹੀ ਬਣਾ ਸਕਦੇ ਜਿਸ ਤਰੀਕੇ ਨਾਲ ਅਸੀਂ ਬਣਾਇਆ ਵਾ। ਤੁਸੀਂ ਵਾਂਸ ਦਾ ਸ਼ੈੱਡ ਬਣਾ ਸਕਦੇ ਆ, ਵਾਂਸ ਹੋ ਗਿਆ। ਫਿਰ ਜਿਹੜੇ ਉਹਦੇ ਸਟੀਲ ਦੇ ਪਾਈਪ ਹੁੰਦੇ ਆ ਅਤੇ ਉੱਤੇ ਟੀਨ ਦੀ ਸ਼ੀਟ ਪੈ ਜਾਂਦੀ ਆ, ਉਹ ਵੀ ਤੁਸੀਂ ਬਣਾ ਸਕਦੇ ਆ, ਲੇਕਿਨ ਉਹ ਤਪਦੀ ਬਹੁਤ ਜ਼ਿਆਦਾ। ਇਸ ਕਰਕੇ ਵਾਂਸ ਅਤੇ ਇਹ ਜਿਹੜੀ ਕੰਕਰੀਟ ਦੀ ਛੱਤ ਜਿਹੜੀ ਥੱਲੇ ਫਿਰ ਅਸੀਂ ਲੱਕੜੀ ਦੇ ਬਾਲੇ ਪਾਏ ਆ, ਤੁਸੀਂ ਇੱਦਾਂ ਆਪਣਾ ਸ਼ੈੱਡ ਬਣਾ ਸਕਦੇ ਆ। ਸ਼ੈੱਡ ਸਿਰਫ ਤੁਹਾਡਾ ਇਸ ਤਰੀਕੇ ਦਾ ਹੋਣਾ ਚਾਹੀਦਾ ਵਾ ਕਿ ਤੁਹਾਨੂੰ ਗਰਮੀ ਸਰਦੀ ਤੋਂ ਜਿਹੜਾ ਵਾ ਨਾ ਬੱਚਤ ਹੋ ਜਾਵੇ ਤੁਹਾਡੇ ਜਾਨਵਰਾਂ ਦੀ, ਅਤੇ ਬਾਕੀ ਇਜ਼ਾਫੀ ਕੋਈ ਖਰਚਾ ਕਰਨ ਦੀ ਲੋੜ ਨਹੀਂ ਹੈਗੀ। ਅਤੇ ਉਹ ਹੁਣ ਜਾਨਵਰ ਸਾਡੇ ਥੋੜ੍ਹੇ ਪਰਲੀ ਸਾਈਡ 'ਤੇ ਆ, ਉਹਨਾਂ ਨੂੰ ਜ਼ਰਾ ਇੱਧਰ ਲੈ ਆਈ ਕਿਉਂਕਿ ਤੰਗ ਹੋ ਰਹੇ ਪਰੇ। ਅੱਛਾ ਜੀ, ਬੱਕਰੇ ਛੋਟੇ ਜਿਹੜੇ ਆਪਣੇ ਇਸ ਦਫਾ ਜਿਹੜੇ ਬੱਚੇ ਆਏ ਸੀਗੇ ਅਤੇ ਇਹ ਥੱਲੇ ਜਿਹੜਾ ਚਾਰਾ ਵਗੈਰਾ ਖਾ ਰਹੇ ਸੀਗੇ ਅਤੇ ਇਹਨਾਂ ਨੂੰ ਹੁਣ ਆਪਾਂ ਜਿਹੜਾ ਅੰਦਰ ਵਾੜਿਆ ਫਿਰ ਤੰਗ ਬਹੁਤ ਜ਼ਿਆਦਾ ਕਰਦੇ। ਇਸ ਕਰਕੇ ਨਾ ਅੱਗੇ ਹੁਣ ਪੱਲੀਆਂ ਵਗੈਰਾ ਲਾਈਆਂ ਵਾ, ਇੱਧਰ ਨਹੀਂ ਤਾਂ ਨੀਚੇ ਚਲੇ ਜਾਂਦੇ, ਫਿਰ ਤੰਗ ਕਾਫੀ ਜ਼ਿਆਦਾ ਕਰਦੇ ਸੀਗੇ। ਖੈਰ ਆਪਣੀ ਗੱਲ ਜਿਹੜੀ ਹੋਰ ਪਾਸੇ ਚੱਲ ਜਾਂਦੀ ਆ। ਅਤੇ ਵੀਰੇ ਮੈਂ ਸਿਰਫ ਮਕਸਦ ਵੀਡੀਓ ਬਣਾਉਣ ਦਾ ਇਹੀ ਆ ਕਿ ਅਗਰ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਨਾ, ਸਿਰਫ ਤੁਸੀਂ ਆਪਣਾ ਸਟਾਰਟਅਪ ਲਵੋ, ਚਾਹੇ ਆਪਣਾ ਘਰ ਦੀ ਛੱਤ ਤੋਂ ਲਵੋ, ਘਰ ਦੇ ਸੀਨ 'ਚੋਂ ਲਵੋ, ਕਿਸੇ ਵੀ ਜਗ੍ਹਾ ਤੋਂ ਅਗਰ ਤੁਸੀਂ ਆਪਣਾ ਸਟਾਰਟਅਪ ਲਓਗੇ ਨਾ ਅਤੇ ਫਿਰ ਹੀ ਤੁਸੀਂ ਕਿਸੇ ਨਾ ਕਿਸੇ ਸਾਈਡ 'ਤੇ ਜਾ ਕੇ ਲੱਗੋਗੇ। ਜਦੋਂ ਤੱਕ ਤੁਸੀਂ ਸਟਾਰਟ ਨਹੀਂ ਨਾ ਕਰਨਾ, ਤੁਸੀਂ ਸੋਚੀ ਜਾਣਾ ਵਾ ਅਤੇ ਲੋਕਾਂ ਦੀ ਵੀਡੀਓ 'ਤੇ ਕਮੈਂਟ ਕਰੀ ਜਾਣੇ ਆ ਬਾਈ ਅਸੀਂ ਕਿੱਦਾਂ ਕੰਮ ਕਰੀਏ, ਅਸੀਂ ਇੱਦਾਂ ਕਰ ਲਈਏ ਉੱਦਾਂ ਕਰ ਲਈਏ। ਇਹ ਜਿਹੜਾ ਵਾ ਕੰਮ ਆ ਨਾ ਇਹ ਨਹੀਂ ਠੀਕ ਹੈਗਾ। ਹੁਣ ਮੈਂ ਕੰਮ ਸ਼ੁਰੂ ਕੀਤਾ ਸੀ, ਪਹਿਲਾਂ ਵੀ ਕਰਦੇ ਰਹੇ ਮਾਸ਼ਾਅੱਲਾ, ਅਤੇ ਹੁਣ ਫਿਰ ਕਰਦੇ ਰਹੇ ਹਾਂ। ਇੱਕ ਅਸੀਂ ਜ਼ਿਮੀਂਦਾਰ ਵੀ ਹਾਂ, ਦੂਸਰਾ ਅਸੀਂ ਪੇਂਡੂ ਵੀ ਹਾਂ, ਅਸੀਂ ਪਿੰਡ ਦੇ ਰਹਿਣ ਵਾਲੇ ਹਾਂ। ਸਾਨੂੰ ਇਸ ਕੰਮ ਵਿੱਚ ਕੋਈ ਮੁਸ਼ਕਿਲ ਨਹੀਂ ਹੈਗੀ, ਅਸੀਂ ਸ਼ੁਰੂ ਤੋਂ ਕੰਮ ਕਰਦੇ ਆ ਰਹੇ। ਸਾਡੇ ਵੱਡੇ ਦਾਦੇ ਪੜਦਾਦੇ ਜਿਹੜੇ ਆ ਨਾ, ਬਾਪ ਦਾਦਾ ਸਾਡੇ ਇਹੀ ਕੰਮ ਕਰਦੇ ਆਏ ਆ।
ਮੱਝਾਂ ਰੱਖ ਲਈਆਂ, ਗਾਵਾਂ ਰੱਖ ਲਈਆਂ, ਵਿੱਚ 1-2 ਬੱਕਰੀ ਰੱਖ ਲਈ ਨਾਲ। ਤੇ ਹੁਣ ਮੈਂ ਜਿਹੜਾ ਵਾ ਇਹਨੂੰ ਇਨਸ਼ਾਅੱਲਾ ਆਪਣਾ ਕਮਰਸ਼ੀਅਲ ਕਰਾਂਗਾ। ਜਿੰਨੀਆਂ ਮੇਰੇ ਕੋਲ ਵਧਾ ਹੋਈਆਂ ਇਨਸ਼ਾਅੱਲਾ ਤਾਲਾ ਮੈਂ ਵਧਾਵਾਂਗਾ ਤੇ ਆਪਣੀ ਨਸਲ ਨੂੰ ਵੀ ਬਿਹਤਰ ਤੋਂ ਬਿਹਤਰ ਕਰਨ ਦਾ ਜਿਹੜਾ ਨਾ ਇਸ ਬੱਕਰੀ ਦੀ ਨਸਲ ਨੂੰ ਬਿਹਤਰ ਤੋਂ ਬਿਹਤਰ ਕਰਨ ਦਾ ਵੀ ਜਿਹੜਾ ਵਾ ਨਾ ਕੋਈ ਇਨਸ਼ਾਅੱਲਾ ਜਿਹੜਾ ਇੰਤਜ਼ਾਮ ਕਰਾਂਗੇ। ਕੋਈ ਬੱਕਰਾ ਜਿਹੜਾ ਇਨਸ਼ਾਅੱਲਾ ਅੱਛਾ ਆਪਾਂ ਜਿਹੜਾ ਨਾਲ ਛੱਡਾਂਗੇ ਬਰੀਡਰ, ਵੀ ਸਾਡੀ ਜਿਹੜੀ ਨਾ ਬੱਕਰੀ ਕੋਲ ਨਸਲ ਵੀ ਅੱਛੀ ਹੋਵੇ। ਇੱਦਾਂ ਫਿਰ ਰੰਗ ਬਰੰਗੀਆਂ ਜਿਹੜੀਆਂ ਸਹੀ ਨਹੀਂ ਲੱਗਦੀਆਂ। ਤੇ ਅਗਰ ਤੁਸੀਂ ਆਪਣੀ ਘਰ ਦੀ ਛੱਤ ਜਿਹੜਾ ਫਾਰਮਿੰਗ ਕਰਨਾ ਚਾਹੁੰਦੇ ਤੇ ਬਿਲਕੁਲ ਕਰੋ, ਇਹਦੇ ਵਿੱਚ ਕੋਈ ਮਸਲਾ ਨਹੀਂ, ਕੋਈ ਹਰਜ ਨਹੀਂ। ਤੁਸੀਂ ਸਕੂਨ ਨਾਲ ਜਿਹੜਾ ਆਪਣੀ ਫਾਰਮਿੰਗ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਕੋਈ ਪੁੱਛਣ ਦੱਸਣ ਦੀ ਲੋੜ ਨਹੀਂ ਕਿਸੇ ਕੋਲੋਂ। ਤੁਸੀਂ ਸਿਰਫ ਆਪਣੇ ਜਾਨਵਰ ਕੋਈ ਲੈ ਕੇ ਆਓ। ਲੇਕਿਨ ਯਾਦ ਰੱਖਣਾ, ਜਦੋਂ ਤੁਸੀਂ ਜਾਨਵਰ ਲੈ ਕੇ ਆਉਣੇ ਆ ਨਾ, ਤੁਹਾਡੇ ਕੋਲ ਉਹਨਾਂ ਦੀ ਖੁਰਾਕ ਤੇ ਜਿਹੜਾ ਵਾ ਰਿਹਾਇਸ਼, ਇਹ 2 ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਵਾ। ਹੁਣ ਇਹਨਾਂ ਨੇ ਮੈਨੂੰ ਟਿਕਣ ਨਹੀਂ ਦੇਣਾ, ਇਹ ਆ ਗਏ ਨੇ ਉੱਤੇ। ਹੁਣ ਮੈਂ ਵੀਡੀਓ ਬਣਾ ਰਿਹਾ ਵਾਂ ਤੇ ਵੀਡੀਓ ਨਹੀਂ ਬਣਾ ਦੇਣ ਦੇ ਸਹੀ ਤਰ੍ਹਾਂ। ਤੁਹਾਨੂੰ ਇਹਦੇ ਫਾਇਦੇ ਵੀ ਦੱਸਦੇ ਆ। ਨੁਕਸਾਨ ਖੈਰ ਨੁਕਸਾਨ ਤਾਂ ਇਹੀ ਆ ਕਿ ਤੁਹਾਡੀ ਜਿਹੜੀ ਫਰਸ਼ ਆ ਨਾ ਇਹ ਤਪਦਾ ਬਹੁਤ ਆ। ਇਸ ਕਰਕੇ ਗਰਮੀ ਦੇ ਵਿੱਚ ਖਾਸ ਕਰ ਤੁਸੀਂ ਜਾਨਵਰਾਂ ਦਾ ਜ਼ਿਆਦਾ ਖਿਆਲ ਕਰਨਾ ਵਾ ਤੇ ਗਰਮੀ ਤੋਂ ਤੁਸੀਂ ਆਪਣੇ ਜਾਨਵਰਾਂ ਨੂੰ ਬਚਾਉਣਾ ਵਾ। ਪਾਣੀ ਮੌਜੂਦ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਪਾਣੀ ਹੁਣ ਮੈਂ ਤਾਜ਼ਾ ਪਾਣੀ ਰੱਖਿਆ ਵਾ ਤੇ ਸੁਬਾਹ ਤੁਸੀਂ ਪਾਣੀ ਰੱਖੋ ਧੁੱਪੇ ਪਿਆ ਰਵੇ। ਇੱਦਾਂ ਨਹੀਂ ਕਰਨਾ, ਤੁਸੀਂ ਚੱਕ ਕੇ ਸ਼ਾਮੇ ਕਰ ਦੇਣਾ ਕਿ ਪਾਣੀ ਜਿਹੜਾ ਤੁਹਾਡਾ ਗਰਮ ਨਾ ਹੋਵੇ। ਪਾਣੀ ਤੁਸੀਂ ਬਾਰ-ਬਾਰ ਜਿਹੜਾ ਦਿਹਾੜੀ ਜੀ ਨਾ 2 ਤੋਂ 3 ਦਫਾ ਤੁਸੀਂ ਪਾਣੀ ਲਾਜ਼ਮੀ ਚੇਂਜ ਕਰਨਾ। ਬੱਕਰੀਆਂ ਦਾ ਤੁਸੀਂ ਪਾਣੀ ਵਗੈਰਾ ਚੇਂਜ ਕਰੋ ਤੇ ਆਪਣੇ ਜਾਨਵਰ ਦੀ ਖੁਰਾਕ ਅੱਛੀ ਕਰੋ ਤੇ ਇਨਸ਼ਾਅੱਲਾ ਜਿਹੜਾ ਵਾ ਖੈਰ ਗਰਮੀ ਜਿਹੜੀ ਆ ਇੰਨਾ ਅਸਰ ਨਹੀਂ ਕਰਦੀ ਜਾਨਵਰ ਨੂੰ, ਕਿਉਂਕਿ ਗਰਮ ਜਿਹੜਾ ਇਲਾਕੇ ਦਾ ਜਾਨਵਰ ਆ ਗਰਮੀ ਖੈਰ ਬਰਦਾਸ਼ਤ ਕਰ ਜਾਂਦਾ, ਲੇਕਿਨ ਸਰਦੀ ਨਹੀਂ ਬਰਦਾਸ਼ਤ ਕਰਦਾ। ਤੇ ਤੁਸੀਂ ਸਰਦੀ ਵਾਸਤੇ ਵੀ ਅਗਰ ਘਰ ਦੀ ਛੱਤ ਵਾ ਨਾ ਤੁਹਾਡੀ ਤਾਂ ਉਹਦੇ ਵਾਸਤੇ ਤੁਸੀਂ ਕੋਈ ਅੱਛਾ ਇੰਤਜ਼ਾਮ ਕਰਨਾ ਇਹਨਾਂ ਵਾਸਤੇ। ਤੇ ਬਾਕੀ ਫਾਇਦੇ ਮੈਂ ਤੁਹਾਨੂੰ ਦੱਸਦੇ ਆ ਵੀ ਤੁਸੀਂ ਘਰ ਮੌਜੂਦ ਹੁੰਦੇ ਹੋ। ਅਗਰ ਕੋਈ ਵੀ ਜਿਹੜਾ ਵਾ ਮਸਲਾ ਵਗੈਰਾ ਬਣਦਾ ਤੁਸੀਂ ਫੌਰਨ ਆਪਣਾ ਉੱਪਰ ਆ ਕੇ ਕੋਈ ਅੱਧੇ ਮਿੰਟ ਤੋਂ 1 ਮਿੰਟ ਦੇ ਵਿੱਚ ਤੁਸੀਂ ਆਪਣੀ ਛੱਤ 'ਤੇ ਉੱਪਰ ਆ ਜਾਂਦੇ ਆ। ਉੱਪਰ ਆ ਕੇ ਤੁਸੀਂ ਆਪਣੇ ਜਾਨਵਰਾਂ ਨੂੰ ਆਸਾਨੀ ਨਾਲ ਦੇਖ ਸਕਦੇ ਆ ਕੀ ਮਸਾਇਲ ਆ। ਜੇ ਅਸੀਂ ਸਾਡਾ ਕਿਤੇ ਫਾਰਮ ਦੂਰ ਹੋਵੇ ਤਾਂ ਸਾਨੂੰ ਇੱਥੋਂ ਜਾਣਾ ਪੈਂਦਾ ਵਾ, ਫਿਰ ਆਉਣਾ ਪੈਂਦਾ ਵਾ। ਕੋਸ਼ਿਸ਼ ਕਰੋਗੇ ਤੁਸੀਂ ਘਰ ਤੋਂ ਦੂਰ ਆਪਣਾ ਫਾਰਮ ਵੀ ਬਣਾ ਰਹੇ ਆ ਨਾ ਤਾਂ ਦੂਰ ਨਾ ਹੋਵੇ, ਤੁਹਾਡੇ ਘਰ ਦੇ ਨਜ਼ਦੀਕ ਹੀ ਹੋਵੇ, 1 ਕਿਲੋਮੀਟਰ ਦੇ ਵਿੱਚ ਹੋਵੇ। ਮੈਂ ਤਾਂ ਇਹ ਜਿਹੜਾ ਵਾ ਸਮਝਦਾ ਵਾਂ ਵੀ ਜ਼ਿਆਦਾ ਦੂਰ ਨਾ ਹੋਵੇ। ਬਾਕੀ ਇਹ ਛੋਟੀ ਜਿਹੀ ਦੀ ਵੀਡੀਓ ਸੀਗੀ ਤੇ ਉਮੀਦ ਕਰਦਾ ਮੈਂ ਭਰਾਵਾਂ ਨੂੰ ਪਸੰਦ ਆਈ ਹੋਵੇ। ਅਗਰ ਤੁਹਾਡਾ ਮਜ਼ੀਦ ਕੋਈ ਸਵਾਲ ਹੋਵੇ ਇਹਦੇ ਵਿੱਚ ਤੇ ਤੁਸੀਂ ਉਹ ਵੀ ਪੁੱਛ ਸਕਦੇ ਹੋ। ਜਿਹੜਾ ਵਾ WhatsApp ਦਾ ਸਾਡਾ ਨੰਬਰ ਵੀ ਲੱਗਾ ਵਾ ਡਿਸਕ੍ਰਿਪਸ਼ਨ ਦੇ ਵਿੱਚ। ਤੁਸੀਂ ਚੈਨਲ 'ਤੇ ਜਾਓਗੇ ਨਾ, ਪ੍ਰੋਫਾਈਲ ਵਿਜ਼ਿਟ ਕਰੋਗੇ, ਤੁਹਾਨੂੰ ਸਾਡਾ ਨੰਬਰ ਵੀ ਮਿਲ ਜਾਏਗਾ। ਤੁਸੀਂ ਸਾਨੂੰ ਕਾਲ ਮੈਸੇਜ ਜਾਂ WhatsApp ਤੋਂ ਕੋਈ ਵੀ ਸਾਡਾ ਮਸਲਾ ਮਸਾਇਲ ਆ ਤੁਸੀਂ ਸਾਡੇ ਕੋਲ ਪੁੱਛ ਸਕਦੇ ਹੋ। ਜਿੰਨਾ ਸਾਨੂੰ ਸਾਡਾ ਜੋ ਤਜਰਬਾ ਵਾ, ਜੋ ਸਾਡੀ ਇਨਫੋਰਮੇਸ਼ਨ ਹੈ ਗੋਟ ਫਾਰਮਿੰਗ ਦੇ ਮੁਤਲਕ, ਇਨਸ਼ਾਅੱਲਾ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਤੇ ਬਾਕੀ ਮਿਲਦੇ ਇਨਸ਼ਾਅੱਲਾ ਅਗਲੀ ਵੀਡੀਓ 'ਚ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।